ਸਤਿ ਸ਼੍ਰੀ ਅਕਾਲ। ਐਚਐਸਐਨ ਨਿਊਜ਼ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਅਮਰੀਕਾ ਦੇ ਹਿਊਸਟਨ ਦੇ ਵਿੱਚ ਬਹਿਸਬਾਜ਼ੀ ਤੋਂ ਬਾਅਦ ਹੋਈ ਗੋਲੀਬਾਰੀ, 4 ਮੁੰਡਿਆਂ ਦੀ ਮੌਤ। ਔਰਤਾਂ ਦੀ ਜੇਲ੍ਹ ਦੇ ਵਿੱਚ ਬੰਦ ਸੀ ਟਰਾਂਸਜੈਂਡਰ ਕੈਦੀ, 2 ਸਾਥਣਾਂ ਨੂੰ ਕਰ ਦਿੱਤਾ ਪ੍ਰੈਗਨੈਂਟ। ਹੁਣ ਮਰਦਾਂ ਦੀ ਜੇਲ੍ਹ ਦੇ ਵਿੱਚ ਹੋਈ ਸ਼ਿਫਟ। ਅਮਰੀਕਾ ਦੇ ਅਸਮਾਨ ਦੇ ਵਿੱਚ 2 ਜਹਾਜ਼ਾਂ ਦੀ ਭਿਆਨਕ ਹੋਈ ਟੱਕਰ, 4 ਵਿਅਕਤੀਆਂ ਦੀ ਹੋਈ ਮੌਤ। ਕੈਨੇਡਾ ਤੋਂ ਆਈ ਮੰਦਭਾਗੀ ਖਬਰ, ਨਾਈਟ ਕਲੱਬ ਦੇ ਵਿੱਚ ਗੋਲੀ ਚੱਲਣ ਦੇ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌਤ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹ, ਸਰਕਾਰ ਦੇ ਵੱਲੋਂ ਆਰਥਿਕ ਸਹਾਇਤਾ ਦਾ ਐਲਾਨ। ਕੇਂਦਰ ਦੇ ਵੱਲੋਂ ਐਮਐਸਪੀ ਦੇ ਲਈ ਕਮੇਟੀ ਗਠਿਤ, ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਬਣੇ ਕਮੇਟੀ ਦੇ ਚੇਅਰਮੈਨ। ਭਾਰਤ ਚੀਨ ਦੇ ਵਿਚਾਲੇ 16ਵੇਂ ਦੌਰ ਦੀ ਗੱਲਬਾਤ ਰਹੀ ਬੇਨਤੀਜਾ, ਐਲਏਸੀ ਤੇ ਗਤੀਰੋਧ ਜਾਰੀ। ਭਗਤ ਸਿੰਘ ਦੇ ਅੱਤਵਾਦੀ ਹੋਣ ਵਾਲਾ ਬਿਆਨ ਸੱਚ ਹੈ, ਮੈਂ ਮੁਆਫੀ ਨਹੀਂ ਮੰਗਾਂਗਾ, ਕਿਹਾ ਸਿਮਰਨਜੀਤ ਸਿੰਘ ਮਾਨ ਨੇ। ਸਜ਼ਾ ਰੱਦ ਕਰਵਾਉਣ ਨੂੰ ਲੈ ਕੇ ਹਾਈਕੋਰਟ ਪਹੁੰਚੇ ਦਲੇਰ ਮਹਿੰਦੀ, ਪਟਿਆਲਾ ਜੇਲ੍ਹ ਦੇ ਵਿੱਚ ਨੇ ਬੰਦ। ਅਗਨੀਪਥ ਯੋਜਨਾ ਦੀ ਚੁਣੌਤੀ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਨੇ ਆਪਣਾ ਪੱਖ ਵੀ ਸੁਣਨ ਦੀ ਕੀਤੀ ਮੰਗ। ਜੀਜੇ ਨੇ ਭਰੇ ਬਾਜ਼ਾਰ, ਸਾਲੇ ਦੇ ਖੂਨ ਦੇ ਨਾਲ ਰੰਗੇ ਹੱਥ, ਤੇਜ਼ਧਾਰ ਹਥਿਆਰਾਂ ਦੇ ਨਾਲ ਕੀਤਾ ਕਤਲ। ਪੈਟਰੋਲ ਪੰਪ ਤੇ 2 ਗੁੱਟਾਂ ਦੇ ਵਿਚਾਲੇ ਖੂਨੀ ਝੜਪ, ਵਰਾਏ ਇੱਟਾਂ ਪੱਥਰ, ਮਾਲਕ ਤੇ ਚੜਾਈ ਗੱਡੀ। ਹੁਣ ਖਬਰਾਂ ਵਿਸਥਾਰ ਨਾਲ। ਉਧਰ ਹਿਊਸਟਨ ਦੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਬਹਿਸਬਾਜ਼ੀ ਦੇ ਦੌਰਾਨ ਹੋਈ ਗੋਲੀਬਾਰੀ ਦੇ ਵਿੱਚ 4 ਮੁੰਡਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦਾ ਹੈਰਿਸ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਜਦੋਂ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਤਾਂ ਉਹਨਾਂ ਨੂੰ ਉੱਥੇ 4 ਮੁੰਡਿਆਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਨੂੰ ਸ਼ਨੀਵਾਰ ਦੇਰ ਰਾਤ ਗੋਲੀ ਮਾਰੀ ਗਈ ਸੀ। ਉਹਨਾਂ ਨੇ ਦੱਸਿਆ ਕਿ 3 ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਚੌਥੇ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਸ਼ੈਰਿਫ ਐਂਡ ਗੁਲਜਾ ਲੇਂਜ ਨੇ ਟਵਿੱਟਰ ਤੇ ਕਿਹਾ ਕਿ ਮਰਨ ਵਾਲਿਆਂ ਦੇ ਵਿੱਚੋਂ 2 ਦੀ ਉਮਰ 16 ਅਤੇ ਇੱਕ 19 ਅਤੇ ਇੱਕ 25 ਸਾਲਾਂ ਦਾ ਸੀ। ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ ਚਸ਼ਮਦੀਦਾਂ ਨੇ ਮਰਨ ਵਾਲਿਆਂ ਸਮੇਤ ਕਈ ਮੁੰਡਿਆਂ ਨੂੰ ਬਹਿਸਬਾਜ਼ੀ ਦੇ ਬਾਅਦ ਇੱਕ ਦੂਜੇ ਤੇ ਗੋਲੀਆਂ ਚਲਾਉਂਦੇ ਹੋਇਆਂ ਵੀ ਦੇਖਿਆ। ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਫਿਲਹਾਲ ਘਟਨਾ ਦੇ ਪਿੱਛੇ ਦਾ ਮਕਸਦ ਜਾਂ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਅਮਰੀਕਾ ਸੂਬੇ ਨਿਊ ਜਰਸੀ ਦੀ ਔਰਤਾਂ ਦੀ ਜੇਲ੍ਹ ਦੇ ਵਿੱਚ ਬੰਦ ਇੱਕ ਟਰਾਂਸਜੈਂਡਰ ਕੈਦੀ ਨੂੰ ਹੁਣ ਮਰਦਾਂ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਦਰਅਸਲ ਟਰਾਂਸਜੈਂਡਰ ਕੈਦੀਆਂ ਨੇ ਆਪਣੀਆਂ 2 ਸਾਥੀ ਮਹਿਲਾ ਕੈਦੀਆਂ ਨੂੰ ਗਰਭਵਤੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਜੇਲ੍ਹ ਬਦਲਣੀ ਪਈ। ਡੇਮੀ ਮਾਈਨਰ ਆਪਣੇ ਪਿਤਾ, ਜਿਨ੍ਹਾਂ ਨੇ ਉਸ ਨੂੰ ਗੋਦ ਲਿਆ ਸੀ, ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਲਈ 30 ਸਾਲ ਦੀ ਸਜ਼ਾ ਕੱਟ ਰਹੀ ਹੈ। ਜੂਨ ਦੇ ਵਿੱਚ ਮਾਈਨਰ ਨੂੰ ਐਡਨਾ ਮਾਹਨ ਕਰੈਕਸ਼ਨਲ ਫੈਸਿਲਿਟੀ ਦੇ ਨਾਲ ਗਾਰਡਨ ਸਟੇਟ ਯੂਥ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਡੇਲੀ ਮੇਲ ਦੀ ਖਬਰ ਦੇ ਮੁਤਾਬਕ 27 ਸਾਲਾ ਮਾਈਨਰ ਨੇ ਕਿਹਾ ਕਿ ਟ੍ਰਾਂਸਫਰ ਦੌਰਾਨ ਗਾਰਡਸ ਨੇ ਉਸ ਦੇ ਨਾਲ ਮਾੜਾ ਸਲੂਕ ਕੀਤਾ ਸੀ ਅਤੇ ਜੀਐਸਸੀਐਫ ਦੇ ਵਿੱਚ ਟ੍ਰਾਂਸਫਰ ਦੌਰਾਨ ਉਸਨੇ ਖੁਦ ਨੂੰ ਫਾਂਸੀ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਉਸਨੇ ਦਾਅਵਾ ਕੀਤਾ ਕਿ ਟ੍ਰਾਂਸਫਰ ਦੌਰਾਨ ਉਸ ਨੂੰ ਕੁੱਟਿਆ ਵੀ ਗਿਆ ਸੀ। ਮਾਈਨਰ ਨੇ ਕਿਹਾ ਕਿ ਉਸ ਨੂੰ ਕੁਝ ਸਮੇਂ ਦੇ ਲਈ ਨਿਊ ਜਰਸੀ ਸਟੇਟ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ, ਜਿੱਥੇ ਗਾਰਡਸ ਉਸ ਨੂੰ ਮਰਦ ਵਾਂਗ ਸੰਬੋਧਨ ਕਰਦੇ ਸਨ, ਪਰ ਉਸ ਦਾ ਕੇਸ ਅਪ੍ਰੈਲ ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰ ਗਿਆ, ਜਦਕਿ ਨਿਊ ਜਰਸੀ ਦੀ ਜੇਲ੍ਹ ਦੇ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਉਸਨੇ ਐਡਨਾ ਮਾਹਨ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ 2 ਸਾਥਣ ਕੈਦੀਆਂ ਨੂੰ ਗਰਭਵਤੀ ਕਰ ਦਿੱਤਾ। ਇੱਕ ਬਲੌਗ ਪੋਸਟ ਦੇ ਵਿੱਚ ਮਾਈਨਰ ਨੇ ਲਿਖਿਆ ਕਿ ਮੈਂ ਸਵੀਕਾਰ ਕਰ ਲਿਆ ਕਿ ਮੈਂ ਇੱਕ ਮਰਦ ਜੇਲ੍ਹ ਦੇ ਵਿੱਚ ਆ, ਪਰ ਮੈਂ ਇਹ ਕਦੇ ਸਵੀਕਾਰ ਨਹੀਂ ਕਰਾਂਗੀ ਕਿ ਮੈਂ ਇੱਕ ਔਰਤ ਤੋਂ ਇਲਾਵਾ ਵੀ ਕੁਝ ਹਾਂ ਜੋ ਟਰਾਂਸਜੈਂਡਰ ਹੈ। ਉਧਰ ਅਮਰੀਕਾ ਦੇ ਵਿੱਚ ਉੱਤਰੀ ਲਾਸ ਵੇਗਾਸ ਹਾਈਵੇ ਤੇ ਨੇੜੇ ਅਸਮਾਨ ਦੇ ਵਿੱਚ 2 ਜਹਾਜ਼ਾਂ ਦੀ ਟੱਕਰ ਦੇ ਵਿੱਚ ਘੱਟੋ-ਘੱਟ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਉੱਤਰੀ ਲਾਸ ਵੇਗਾਸ ਦੇ ਫਾਇਰ ਵਿਭਾਗ ਨੇ ਟਵੀਟ ਕੀਤਾ ਕਿ ਐਤਵਾਰ ਦੁਪਹਿਰੇ 12 ਵਜੇ ਦੇ ਕਰੀਬ 2 ਜਹਾਜ਼ ਅਸਮਾਨ ਦੇ ਵਿੱਚ ਟਕਰਾ ਕੇ ਇਸ ਹਾਦਸੇ ਦੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸੇ ਦੀ ਜਾਂਚ ਜਾਰੀ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਪਾਈਪਰ PA-46 ਉਤਰਨ ਦੀ ਤਿਆਰੀ ਕਰ ਰਿਹਾ ਸੀ, ਜਦਕਿ ਇਹ ਸੈਸਨਾ 172 ਦੇ ਨਾਲ ਟਕਰਾ ਗਿਆ। ਕੁਝ ਟੀਵੀ ਚੈਨਲਾਂ ਨੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦਾ ਹਵਾਲਾ ਦਿੰਦਿਆਂ ਹੋਇਆਂ ਦੱਸਿਆ ਕਿ ਪਾਈਪਰ ਰਨਵੇ 30 ਰਾਈਟ ਦੇ ਪੂਰਬ ਦੇ ਵਿੱਚ ਇੱਕ ਖੇਤਰ ਦੇ ਵਿੱਚ ਕ੍ਰੈਸ਼ ਹੋ ਗਿਆ ਅਤੇ ਸੈਸਨਾ ਇੱਕ ਤਾਲਾਬ ਦੇ ਵਿੱਚ ਡਿੱਗ ਗਿਆ। ਦੋਨਾਂ ਜਹਾਜ਼ਾਂ ਦੇ ਵਿੱਚ ਕ੍ਰਮਵਾਰ 2-2 ਲੋਕ ਸਵਾਰ ਸਨ। ਕਲੌਕ ਕਾਉਂਟੀ ਡਿਪਾਰਟਮੈਂਟ ਆਫ ਦਾ ਐਵੀਏਸ਼ਨ ਨੇ ਕਿਹਾ ਕਿ ਹਾਦਸੇ ਦੇ ਵਿੱਚ ਕੋਈ ਵੀ ਨਹੀਂ ਬਚਿਆ। FAA ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਾਦਸੇ ਦਾ ਕਾਰਨ ਕੀ ਹੈ। ਕੈਨੇਡਾ ਦੇ ਟੋਰਾਂਟੋ ਡਾਊਨਟਾਊਨ ਦੇ 647 ਕਿੰਗ ਸਟਰੀਟ ਵੈਸਟ ਵਿਖੇ ਬੀਤੇ ਐਤਵਾਰ ਨੂੰ ਸਵੇਰੇ 3:30 ਵਜੇ ਦੇ ਕਰੀਬ ਇੱਕ ਨਾਈਟ ਕਲੱਬ ਦੇ ਵਿੱਚ ਗੋਲੀ ਚੱਲੀ। ਇਸ ਦੌਰਾਨ ਬਰੈਂਪਟਨ ਦੇ ਨਾਲ ਸੰਬੰਧਿਤ ਇੱਕ 26 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਮੰਦਭਾਗੀ ਖਬਰ ਸਾਹਮਣੇ ਆਈ। ਮ੍ਰਿਤਕ ਦੀ ਪਛਾਣ ਪ੍ਰਦੀਪ ਬਰਾੜ ਦੇ ਵਜੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀकांड ਦੇ ਦੌਰਾਨ ਪ੍ਰਦੀਪ ਬਰਾੜ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪ੍ਰਦੀਪ ਬਰਾੜ ਦੇ ਨਾਲ 24 ਸਾਲਾਂ ਦੀ ਇੱਕ ਕੁੜੀ ਵੀ ਜ਼ਖਮੀ ਹੋਈ ਹੈ, ਜਿਸ ਨੂੰ ਹਸਪਤਾਲ ਤੋਂ ਹੁਣ ਛੁੱਟੀ ਮਿਲ ਚੁੱਕੀ ਹੈ। ਉਧਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਕੈਨੇਡੀਅਨ ਐਮਰਜੈਂਸੀ ਤਿਆਰੀ ਬਾਰੇ ਮੰਤਰੀ ਮੰਡਲ ਬਲੇਅਰ ਨੇ ਸੋਮਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਹੜ੍ਹ, ਜ਼ਮੀਨ ਖਿਸਕਣ ਅਤੇ ਤੂਫਾਨ ਤੋਂ ਬਚਾਅ ਦੇ ਯਤਨਾਂ ਦੇ ਵਿੱਚ ਸਹਾਇਤਾ ਦੇ ਲਈ ਪੇਸ਼ਗੀ ਅਦਾਇਗੀਆਂ ਦਾ ਐਲਾਨ ਵੀ ਕੀਤਾ। ਬਲੇਅਰ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਕਿ 870 ਮਿਲੀਅਨ ਕੈਨੇਡੀਅਨ ਡਾਲਰ ਅਤੇ 700 ਮਿਲੀਅਨ US ਡਾਲਰ ਤੋਂ ਵੱਧ ਦੀ ਅਗਾਊ ਅਦਾਲਗੀ ਜੰਗਲੀ ਅੱਗ ਰਿਕਵਰੀ ਦੇ ਯਤਨਾਂ ਦੇ ਸਮਰਥਨ ਦੇ ਵਿੱਚ 207 ਮਿਲੀਅਨ ਕੈਨੇਡੀਅਨ ਡਾਲਰ ਤੋਂ ਇਲਾਵਾ ਹੈ, ਜੋ ਕਿ ਜੂਨ ਦੇ ਵਿੱਚ ਘੋਸ਼ਿਤ ਕੀਤੀ ਗਈ ਹੈ।
ਸੂਬੇ ਦੇ ਵਿੱਚ ਵਿਨਾਸ਼ਕਾਰੀ ਹੜ੍ਹ ਅਤੇ ਜੰਗਲੀ ਅੱਗਾਂ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਲੋਕ ਜਲਵਾਯੂ ਪਰਿਵਰਤਨ ਦੇ ਕਾਰਨ ਅਤਿਅੰਤ ਮੌਸਮ ਦੇ ਪ੍ਰਭਾਵਾਂ ਦੇ ਵਿੱਚ ਜੀ ਰਹੇ ਨੇ, ਜਿਸ ਦੇ ਨਾਲ ਪਿਛਲੇ ਸਾਲ ਅੰਦਾਜ਼ਨ 9 ਮਿਲੀਅਨ ਕੈਨੇਡੀਅਨ ਡਾਲਰ ਬਿਲ 7.2 ਬਿਲੀਅਨ ਡਾਲਰ ਅਮਰੀਕੀ ਤੋਂ ਵੱਧ ਨੁਕਸਾਨ ਹੋਇਆ। ਬ੍ਰਿਟਿਸ਼ ਕੋਲੰਬੀਆ ਅਤੇ ਫੈਡਰਲ ਮੰਤਰੀਆਂ ਦੀ ਕਮੇਟੀ ਦੀ ਅੰਤਮ ਮੀਟਿੰਗ ਦੀ ਸਮਾਪਤੀ ਕਰਦੇ ਹੋਏ ਬਲੇਅਰ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕੈਨੇਡਾ ਭਰ ਦੇ ਭਾਈਚਾਰਿਆਂ ਨੂੰ ਖਤਰੇ ਦੇ ਵਿੱਚ ਪਾ ਰਿਹਾ ਤੇ ਸਾਨੂੰ ਕੁਦਰਤੀ ਆਫਤਾਂ ਤੇ ਅਤਿਅੰਤ ਮੌਸਮੀ ਘਟਨਾਵਾਂ ਨੂੰ ਰੋਕਣ ਦੇ ਲਈ ਤਿਆਰੀ ਕਰਦੇ ਹੋਏ ਆਪਣੀ ਭਾਈਵਾਲੀ ਨੂੰ ਮਜ਼ਬੂਰ ਕਰਨ ਦੀ ਲੋੜ ਹੈ। डिजास्टर रिस्पॉन्स एंड क्लाइमेट रेजिलियंस जो कि पिछले साल नवंबर ਦੇ ਵਿੱਚ ਸਥਾਪਿਤ ਕੀਤੀ ਗਈ ਸੀ, ਭੁਗਤਾਨ ਤੋਂ ਇਲਾਵਾ ਕੈਨੇਡਾ ਤੇ ਬ੍ਰਿਟਿਸ਼ ਕੋਲੰਬੀਆ ਦੀਆਂ ਸਰਕਾਰਾਂ ਅਤੇ ਫਰਸਟ ਨੇਸ਼ਨ ਲੀਡਰਸ਼ਿਪ ਕੌਂਸਲ ਐਮਰਜੈਂਸੀ ਪ੍ਰਬੰਧਕ ਤੇ ਇੱਕ ਤ੍ਰਿਕੋਣੀ ਸਮਝੌਤਾ ਬਣਾਉਣ ਦੇ ਲਈ ਕੰਮ ਕਰ ਰਹੀਆਂ ਨੇ। ਰਿਲੀਜ਼ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਮਝੌਤਾ ਭਵਿੱਖ ਦੇ ਵਿੱਚ ਜਲਵਾਯੂ ਦੇ ਨਾਲ ਸੰਬੰਧਿਤ ਆਫਤਾਂ ਦਾ ਜਵਾਬ ਦੇਣ ਅਤੇ ਉਸ ਤੋਂ ਉਭਰਨ ਦੇ ਲਈ ਫਰਸਟ ਨੇਸ਼ਨਸ ਦੇ ਸਮਰਥਨ ਨੂੰ ਮਜ਼ਬੂਤ ਕਰੇਗਾ। उधर केंद्र सरकार दे वल्लों MSP दे लई गठित कर दी गई एक कमेटी ਅਤੇ ਸਾਬਕਾ ਖੇਤੀਬਾੜੀ ਸਕੱਤਰ संजय अग्रवाल ਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। रमेश चंद नीति आयोग की तरफ तो इस दे मैंबर होणगे। कमेटी दे विच संयुक्त किसान मोर्चा के 3 मैंबर भी शामिल होणगे। संयुक्त किसान मोर्चे दे वल्लों दिते जाण तो बाद उन्हां दे नाम जोड़ दिते जाणगे। हालांकि संयुक्त किसान मोर्चे ने कमेटी नूं रद्द कर दिता है। SKM दे आगू डॉक्टर दर्शनपाल ने कहा कि यह कमेटी MSP इस कमेटी दे विच कई होर चीज़ां भी शामिल कीतियां गईयां ने। इस तो इलावा कमेटी नूं MSP दा कानूनी सिरलेख देण दा अधिकार दिता जाएगा। इस तो इलावा यह कमेटी समाबद्ध होनी चाहिए है। यह कमेटी असरदार नहीं सगों सिर्फ सुझाव देण तक सीमित है। उन्होंने भी कहा कि SKM ਦੀ ਮੀਟਿੰਗ ਬੁਲਾ ਕੇ ਇਸ ਸੰਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ। ਕੇਂਦਰ ਸਰਕਾਰ ਦੇ ਵੱਲੋਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਦਿੱਲੀ ਦੀ ਸਰਹੱਦ ਤੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਦਿਆਂ ਹੋਇਆਂ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਦੇਣ ਦੇ ਮੁੱਦੇ ਤੇ ਸਰਕਾਰ ਅਤੇ SKM ਵਿਚਕਾਰ ਇੱਕ ਕਮੇਟੀ ਬਣਾਉਣ ਤੇ ਸਹਿਮਤੀ ਬਣੀ। ਹਾਲਾਂਕਿ SKM ਨੇ ਕਮੇਟੀ ਦੇ ਖਰੜ ਦੇ ਬਾਰੇ ਜਾਣਕਾਰੀ ਨਾ ਹੋਣ ਦੇ ਕਾਰਨ ਕਮੇਟੀ ਦੇ ਵਿੱਚ ਸ਼ਾਮਲ ਕਰਨ ਦੇ ਲਈ ਸਰਕਾਰ ਨੂੰ ਕਿਸਾਨ ਆਗੂਆਂ ਦੇ ਨਾਲ ਨਹੀਂ ਸੁਝਾਏ। ਕੇਂਦਰ ਸਰਕਾਰ ਦੇ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਦੇ ਅਨੁਸਾਰ ਇੰਡੀਅਨ ਇੰਸਟੀਚਿਊਟ ਆਫ ਇਕਨੋਮਿਕ ਡਿਵੈਲਪਮੈਂਟ ਡਾਕਟਰ CSC ਸ਼ੇਖਰ ਅਤੇ IIM ਅਹਿਮਦਾਬਾਦ ਤੋਂ ਡਾਕਟਰ ਸੁਖਪਾਲ ਸਿੰਘ ਨੂੰ ਇਸ ਕਮੇਟੀ ਦੇ ਵਿੱਚ ਖੇਤੀਬਾੜੀ ਅਰਥਸ਼ਾਸਤਰ ਦੇ ਵਜੋਂ ਸ਼ਾਮਲ ਕੀਤਾ ਗਿਆ। ਇਸ ਦੇ ਵਿੱਚ ਭਾਰਤ ਭੂਸ਼ਣ ਤਿਆਗੀ ਨੂੰ ਰਾਸ਼ਟਰੀ ਪੱਧਰ ਤੇ ਪੁਰਸਕਾਰ ਜੇਤੂ ਕਿਸਾਨ ਵਜੋਂ ਸ਼ਾਮਲ ਕੀਤਾ ਗਿਆ। ਕਮੇਟੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਗੁਣਵੰਤ ਪਾਟਿਲ, ਕ੍ਰਿਸ਼ਨਬੀਰ ਚੌਧਰੀ, ਪ੍ਰਮੋਦ ਕੁਮਾਰ ਚੌਧਰੀ, ਗੁਣੀ ਪ੍ਰਕਾਸ਼ ਅਤੇ ਸੈयद ਪਾਸ਼ਾ ਪਟੇਲ ਨੂੰ ਲਿਆ ਗਿਆ। ਇਫਕੋ ਦੇ ਚੇਅਰਮੈਨ ਦਲੀਪ ਸੰਘਾਨੀ ਅਤੇ CNRI ਦੇ ਜਨਰਲ ਸਕੱਤਰ ਵਿਨੋਦ ਆਨੰਦ ਨੂੰ ਕਿਸਾਨ ਸਹਿਕਾਰੀ ਸਮੂਹ ਦੇ ਪ੍ਰਤੀਨਿਧ ਵਜੋਂ ਲਿਆ ਗਿਆ। CACP ਦੇ ਦੀ ਸੀਨੀਅਰ ਮੈਂਬਰ ਨਵੀਨ P ਸਿੰਘ ਵੀ ਇਸ ਵਿੱਚ ਸ਼ਾਮਲ ਹੋਣਗੇ। ਉਧਰ ਪੂਰਬੀ ਲਦਾਖ ਦੇ ਵਿੱਚ 2 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਫੌਜੀ ਗਤੀਰੋਧ ਨੂੰ ਦੂਰ ਕਰਨ ਦੇ ਲਈ ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਦੇ 16ਵੇਂ ਦੌਰ ਦੀ ਗੱਲਬਾਤ ਦੇ ਵਿੱਚ ਪੈਂਡਿੰਗ ਮੁੱਦਿਆਂ ਤੇ ਹੱਲ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ। ਦੋਹਾਂ ਪੱਖਾਂ ਦੇ ਵਿਚਾਲੇ 16ਵੇਂ ਦੌਰ ਦੀ ਗੱਲਬਾਤ ਐਤਵਾਰ ਨੂੰ ਭਾਰਤੀ ਸਰਹੱਦ ਦੇ ਚੁਸ਼ੂਲ ਮੋਲਡੋ ਇਲਾਕੇ ਦੇ ਵਿੱਚ ਹੋਈ ਸੀ। ਗੱਲਬਾਤ ਤੋਂ ਬਾਅਦ ਸੋਮਵਾਰ ਦੇਰ ਰਾਤ ਜਾਰੀ ਸਾਂਝੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਦੋਹਾਂ ਧਿਰਾਂ ਦੇ ਵਿਚਾਲੇ ਪੈਂਡਿੰਗ ਮੁੱਦਿਆਂ ਦੇ ਹੱਲ ਬਾਰੇ ਪਿਛਲੇ ਦੌਰ ਦੀ ਗੱਲਬਾਤ ਦੇ ਨਾਲ ਅੱਗੇ ਸਕਾਰਾਤਮਕ ਅਤੇ ਉਤਸ਼ਾਹਜਨਕ ਗੱਲਬਾਤ ਹੋਈ। ਦੋਵਾਂ ਧਿਰਾਂ ਨੇ ਇਹਨਾਂ ਮੁੱਦਿਆਂ ਤੇ ਖੁੱਲ੍ਹ ਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਕੀਤਾ। ਦੋਹਾਂ ਧਿਰਾਂ ਨੇ ਦੁਹਰਾਇਆ ਕਿ ਪੈਂਡਿੰਗ ਮੁੱਦਿਆਂ ਤੇ ਜਲਦ ਹੱਲ ਨਾਲ ਅਸਲ ਕੰਟਰੋਲ ਰੇਖਾ ਤੇ ਦੋਸਤਾਨਾ ਮਾਹੌਲ ਪੈਦਾ ਹੋਵੇਗਾ, ਜਿਸ ਦੇ ਨਾਲ ਦੁਵੱਲੇ ਸੰਬੰਧਾਂ ਦੇ ਵਿੱਚ ਤਰੱਕੀ ਹੋਵੇਗੀ। ਦੋਹਾਂ ਧਿਰਾਂ ਨੇ ਪੱਛਮੀ ਸੈਕਟਰ ਦੇ ਵਿੱਚ ਜ਼ਮੀਨੀ ਪੱਧਰ ਤੇ ਸੁਰੱਖਿਆ ਤੇ ਸਥਿਰਤਾ ਬਣਾਈ ਰੱਖਣ ਦੇ ਲਈ ਸਹਿਮਤੀ ਪ੍ਰਗਟ ਕੀਤੀ ਹੈ। ਉਹਨਾਂ ਨੇ ਬਾਕੀ ਬਚੇ ਮੁੱਦਿਆਂ ਦੇ ਜਲਦ ਤੇ ਆਪਸੀ ਸਵੀਕਾਰਯੋਗ ਹੱਲ ਦੇ ਲਈ ਫੌਜੀ ਤੇ ਕੂਟਨੀਤਿਕ ਮਾਧਿਅਮ ਦੇ ਰਾਹੀਂ ਗੱਲਬਾਤ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਦੇ ਲਈ ਵੀ ਸਹਿਮਤੀ ਪ੍ਰਗਟਾਈ ਹੈ। ਉਧਰ ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਆਤੰਕਵਾਦੀ ਕਹਿਣ ਦੇ ਆਪਣੇ ਬਿਆਨ ਤੇ ਕਾਇਮ ਨੇ। ਇਸ ਸੰਬੰਧੀ ਵੱਡਾ ਬਿਆਨ ਦਿੰਦਿਆਂ ਮਾਨ ਨੇ ਕਿਹਾ ਕਿ ਭਗਤ ਸਿੰਘ ਦੇ ਆਤੰਕਵਾਦੀ ਹੋਣ ਦਾ ਬਿਆਨ ਸੱਚ ਹੈ, ਇਸ ਲਈ ਉਹ ਮਾਫੀ ਨਹੀਂ ਮੰਗਣਗੇ। ਤੁਹਾਨੂੰ ਦੱਸ ਦੇ ਕਿ ਸੰਗਰੂਰ ਤੋਂ ਚੋਣ ਜਿੱਤਣ ਤੋਂ ਬਾਅਦ ਮਾਨ ਹਰਿਆਣਾ ਦੇ ਕਰਨਾਲ ਗਏ ਸਨ। ਉੱਥੇ ਉਹਨਾਂ ਨੇ ਭਗਤ ਸਿੰਘ ਨੂੰ ਆਤੰਕਵਾਦੀ ਕਹਿ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਉਹਨਾਂ ਨੇ ਇਸ ਬਿਆਨ ਤੋਂ ਬਾਅਦ ਮੰਗ ਕੀਤੀ ਜਾ ਰਹੀ ਹੈ ਕਿ ਮਾਨ ਨੂੰ ਆਪਣੇ ਇਸ ਬਿਆਨ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਨਾਨਾ ਰੂੜ ਸਿੰਘ ਤੇ ਜਲਿਆਂਵਾਲਾ ਬਾਗ ਦੇ ਵਿੱਚ ਗੋਲੀਆਂ ਚਲਾਉਣ ਵਾਲੇ ਡਾਇਰ ਨੂੰ ਸਰਪਾ ਦੇਣ ਤੇ ਵੀ ਬਚਾਅ ਕੀਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਨਾ ਜਨਰਲ ਡਾਇਰ ਦਾ ਗੁੱਸਾ ਸ਼ਾਂਤ ਨਾ ਕਰਦੇ ਤਾਂ ਉਹ ਹਰਮੰਦਰ ਸਾਹਿਬ ਤੇ ਬੰਬ ਸੁੱਟ ਦਿੰਦਾ, ਜੋ ਕਿ ਸਿੱਖਾਂ ਦੇ ਲਈ ਬਹੁਤ ਵੱਡੀ ਗੱਲ ਹੁੰਦੀ। ਉਧਰ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਪੰਜਾਬ ਦੇ ਹਰਿਆਣਾ ਹਾਈ ਕੋਰਟ ਪਹੁੰਚ ਚੁੱਕੇ ਨੇ। ਦਲੇਰ ਨੇ ਕਬੂਤਰਬਾਜ਼ੀ ਮਾਮਲੇ ਦੇ ਵਿੱਚ 2 ਸਾਲ ਦੀ ਸਜ਼ਾ ਦੇ ਵਿਰੁੱਧ ਅਪੀਲ ਕੀਤੀ ਹੈ। ਦਲੇਰ ਨੇ ਹਾਈ ਕੋਰਟ ਤੋਂ ਸਜ਼ਾ ਨੂੰ ਰੱਦ ਕਰਵਾਉਣ ਦੀ ਵੀ ਮੰਗ ਕੀਤੀ ਹੈ। ਇਸ ਵੇਲੇ ਨਵਜੋਤ ਸਿੱਧੂ ਵੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਨੇ, ਜਿੱਥੇ ਉਹ ਰੋਡ ਰੇਜ਼ ਕੇਸ ਦੇ ਵਿੱਚ 1 ਸਾਲ ਦੀ ਸਜ਼ਾ ਕੱਟ ਰਹੇ ਨੇ। ਸਾਬਕਾ ਕ੍ਰਿਕਟਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਸੇ ਬੈਰਕ ਦੇ ਵਿੱਚ ਨੇ। ਤੁਹਾਨੂੰ ਦੱਸ ਦੇ ਕਿ ਦਲੇਰ ਮਹਿੰਦੀ ਪਹਿਲਾ ਸ਼ੋਅ ਕਰਨ ਦੇ ਲਈ ਵਿਦੇਸ਼ ਜਾਂਦੇ ਸਨ। ਇਸੇ ਦੌਰਾਨ ਦੋਸ਼ ਲਗਾਇਆ ਗਿਆ ਕਿ ਉਹਨਾਂ ਦੀ ਟੀਮ ਦੇ ਨਾਲ 10 ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੈਂਬਰ ਬਣਾ ਕੇ ਅਮਰੀਕਾ ਭੇਜਿਆ ਗਿਆ, ਜਿਸ ਦੇ ਬਦਲੇ ਰੁਪਏ ਵੀ ਲਏ ਗਏ। ਇਸ ਨੂੰ ਕਬੂਤਰਬਾਜ਼ੀ ਯਾਨੀ ਕਿ ਮਨੁੱਖੀ ਸਮਗਲਿੰਗ ਕਰਾਰ ਦੇ ਕੇ 2003 ਦੇ ਵਿੱਚ ਦਲੇਰ ਦੇ ਭਰਾ ਸ਼ਮਸ਼ੇਰ ਸਿੰਘ ਤੇ ਕੇਸ ਦਰਜ ਹੋਇਆ ਸੀ। ਜਾਂਚ ਦੇ ਦੌਰਾਨ ਦਲੇਰ ਮਹਿੰਦੀ ਦਾ ਵੀ ਨਾਮ ਸਾਹਮਣੇ ਆਇਆ ਸੀ। ਇਸ ਮਾਮਲੇ ਦੇ ਵਿੱਚ 2018 ਦੇ ਵਿੱਚ ਪਟਿਆਲਾ ਦੀ ਹੇਠਲੀ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੇ ਖਿਲਾਫ ਦਲੇਰ ਨੇ ਪਟਿਆਲਾ ਸੈਸ਼ਨ ਕੋਰਟ ਦੇ ਵਿੱਚ ਅਪੀਲ ਕੀਤੀ ਸੀ। 5 ਦਿਨ ਪਹਿਲਾਂ ਪਟਿਆਲਾ ਦੀ
ਸੈਸ਼ਨ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਤੋਂ ਬਾਅਦ ਦਲੇਰ ਨੂੰ ਗ੍ਰਿਫਤਾਰ ਕਰਕੇ ਸਜ਼ਾ ਭੁਗਤਣ ਦੇ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਦਲੇਰ ਮਹਿੰਦੀ ਪਟਿਆਲਾ ਜੇਲ੍ਹ ਦੇ ਵਿੱਚ ਨਵਜੋਤ ਸਿੱਧੂ ਦੀ ਬੈਰਕ ਦੇ ਵਿੱਚ ਰੱਖਿਆ ਗਿਆ ਹੈ, ਜਿੱਥੇ ਉਸ ਨੂੰ ਜੇਲ੍ਹ ਮੁਨਸ਼ੀ ਦਾ ਕੰਮ ਵੀ ਸੌਂਪਿਆ ਗਿਆ। ਜੇਲ੍ਹ ਸਟਾਫ ਉਹਨਾਂ ਨੂੰ ਰੋਜ਼ਾਨਾ ਰਜਿਸਟਰ ਦੇਣਗੇ, ਜਿਸ ਦਾ ਕੰਮ ਉਹ ਵਾਪਸ ਕਰਨਗੇ। ਸਿੱਧੂ ਵਾਂਗੀ ਉਹ ਵੀ ਬੈਰਕ ਦੇ ਅੰਦਰੋਂ ਕੰਮ ਕਰਨਗੇ। ਉਧਰ ਫੌਜ ਦੇ ਵਿੱਚ ਭਰਤੀ ਦੀ ਅਗਨੀਪਥ ਯੋਜਨਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਟੀਸ਼ਨ ਕਰਤਾਵਾਂ ਨੇ ਫਿਲਹਾਲ ਇਸ ਤੇ ਰੋਕ ਲਗਾਉਂਦਿਆਂ ਹੋਇਆਂ ਇੱਕ ਨਵੀਂ ਸਕੀਮ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਤੋਂ ਆਪਣਾ ਪੱਖ ਸੁਣਨ ਦੀ ਮੰਗ ਵੀ ਕੀਤੀ ਹੈ। ਅਗਨੀਪਥ ਯੋਜਨਾ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ 3 ਪਟੀਸ਼ਨਾਂ ਸੁਣਵਾਈ ਦੇ ਲਈ ਰੱਖੀਆਂ ਗਈਆਂ ਨੇ। ਇਹ ਪਟੀਸ਼ਨਾਂ ਮਨੋਹਰ ਲਾਲ ਸ਼ਰਮਾ, ਹਰਸ਼ਜੇ ਸਿੰਘ ਅਤੇ ਰਵਿੰਦਰ ਸਿੰਘ ਸ਼ੇਖਾਵਤ ਦੇ ਵੱਲੋਂ ਵੱਖਰੇ ਤੌਰ ਤੇ ਦਾਇਰ ਕੀਤੀਆਂ ਗਈਆਂ ਨੇ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਗਨੀਪਥ ਯੋਜਨਾ ਅਜਿਹੇ ਲੋਕਾਂ ਤੇ ਲਾਗੂ ਨਹੀਂ ਕੀਤੀ ਜਾਣੀ ਚਾਹੀਦੀ ਜੋ ਪਹਿਲਾਂ ਹੀ ਹਥਿਆਰਬੰਦ ਬਲਾਂ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਲਈ ਪ੍ਰਕਿਰਿਆ ਦੇ ਵਿੱਚ ਨੇ। ਉਹਨਾਂ ਨੂੰ 4 ਸਾਲ ਦੀ ਬਜਾਏ ਬੁਢਾਪੇ ਦੇ ਹਿਸਾਬ ਦੇ ਨਾਲ ਹੀ ਸੇਵਾ ਮਿਲਣੀ ਚਾਹੀਦੀ ਹੈ। ਇਹਨਾਂ ਸਾਰੀਆਂ ਪਟੀਸ਼ਨਾਂ ਦੇ ਵਿੱਚ ਕਿਹਾ ਗਿਆ ਕਿ ਅਗਨੀਪਥ ਯੋਜਨਾ ਨੂੰ ਦੇਸ਼ ਦੇ ਖਿਲਾਫ ਕਰਾਰ ਦਿੰਦਿਆਂ ਹੋਇਆਂ ਗਲਤ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮਨੋਹਰ ਸ਼ਰਮਾ ਨੇ ਸਕੀਮ ਰੱਦ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਹਰਸ਼ਜੇ ਸਿੰਘ ਨੇ ਵੀ ਇਸ ਸਕੀਮ ਦੀ ਸਮੀਖਿਆ ਦੀ ਮੰਗ ਕਰਦਿਆਂ ਹੋਇਆਂ ਫਿਲਹਾਲ ਭਰਤੀ ਪ੍ਰਕਿਰਿਆ ਨੂੰ ਰੋਕਣ ਦੀ ਅਪੀਲ ਕੀਤੀ ਹੈ। ਇਹ ਮਾਮਲਾ ਜਸਟਿਸ ਡੀਵਾਈ ਚੰਦਰਚੂੜ, ਸੂਰਿਆਕਾਂਤ ਅਤੇ ਏਐਸ ਬੋਪਨਾ ਦੀ 3 ਮੈਂਬਰੀ ਬੈਂਚ ਅੱਗੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਲਈ ਹੈ। ਅਗਨੀਪਥ ਦੇ ਖਿਲਾਫ ਦਾਇਰ ਵੱਖ-ਵੱਖ ਪਟੀਸ਼ਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਵੱਲੋਂ ਵੀ ਕੇਵੀਅਟ ਦਾਇਰ ਕੀਤੀ ਗਈ ਹੈ, ਜਿਹਦੇ ਵਿੱਚ ਸਰਕਾਰ ਦਾ ਪੱਖ ਸੁਣੇ ਬਿਨਾਂ ਅਦਾਲਤ ਦੇ ਪੱਖ ਤੋਂ ਫੈਸਲਾ ਨਹੀਂ ਆ ਸਕਦਾ। ਹੁਣ ਇਸ ਮਾਮਲੇ ਦੇ ਵਿੱਚ ਕੋਈ ਇੱਕ ਪਾਸੜ ਹੁਕਮ ਨਹੀਂ ਹੋਵੇਗਾ, ਸਗੋਂ ਦੋਵੇਂ ਧਿਰਾਂ ਆਪਣੀਆਂ ਗੱਲ ਰੱਖਣਗੀਆਂ। ਉਧਰ ਹਸਪਤਾਲ ਦੇ ਨੇੜੇ ਜੀਜੇ ਦੇ ਵੱਲੋਂ ਸ਼ਰੇਆਮ ਤੇਜ਼ਧਾਰ ਹਥਿਆਰ ਦੇ ਨਾਲ ਆਪਣੇ ਸਾਲੇ ਦਾ ਕਤਲ ਕਰ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਰਤਨਗੜ੍ਹ ਸਿੰਬਲ ਦਾ ਨੌਜਵਾਨ ਚੰਨਪ੍ਰੀਤ ਸਿੰਘ ਆਪਣੀ ਭੈਣ ਨਰਿੰਦਰ ਕੌਰ ਦੇ ਨਾਲ ਸ਼ਹਿਰ ਦੇ ਵਿੱਚ ਖਰੀਦਦਾਰੀ ਕਰਨ ਆਇਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਦੋਵੇਂ ਸ਼ਹਿਰ ਦੇ ਸਿਵਲ ਹਸਪਤਾਲ ਦੇ ਸਾਹਮਣੇ ਦੁਕਾਨ ਤੇ ਕੁਝ ਸਮਾਨ ਖਰੀਦਣ ਦੇ ਲਈ ਰੁਕੇ ਤਾਂ ਇੱਕ ਵਿਅਕਤੀ ਨੇ ਉਸ ਉਤੇ ਤੇਜ਼ਧਾਰ ਹਥਿਆਰ ਦੇ ਨਾਲ ਕਈ ਵਾਰ ਕਰ ਦਿੱਤੇ। ਇਸ ਕਾਰਨ ਉਹ ਲਹੂ ਲੁਹਾਨ ਹੋ ਕੇ ਡਿੱਗ ਪਿਆ। ਚੰਨਪ੍ਰੀਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਮਲਾਵਰ ਇੱਕ ਕਾਰ ਦੇ ਵਿੱਚ ਆਏ ਸਨ, ਜੋ ਪਹਿਲਾਂ ਹੀ ਮੋਟਰਸਾਈਕਲ ਤੇ ਖਰੀਦਦਾਰੀ ਕਰਨ ਆਏ ਭੈਣ ਭਰਾ ਦਾ ਪਿੱਛਾ ਕਰ ਰਹੇ ਸਨ। ਇਸ ਮੌਕੇ ਭੈਣ ਨਰਿੰਦਰ ਕੌਰ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਉਸਦਾ ਪਤੀ ਸਿਮਰਨਜੀਤ ਸਿੰਘ ਸੀ, ਜਿਸ ਦਾ ਉਸਦੇ ਪਰਿਵਾਰ ਦੇ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਹ ਉਸਦੇ ਭਰਾ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਸਥਾਨਕ ਸਿਟੀ ਐਚਐਸਓ ਸੁਖਦੀਪ ਕੌਰ ਮੌਕੇ ਤੇ ਪੁੱਜੇ। ਉਹਨਾਂ ਨੇ ਘਟਨਾ ਦੀ ਜਾਂਚ ਕਰਦਿਆਂ ਹੋਇਆਂ ਮੌਕੇ ਦੀ ਜਾਣਕਾਰੀ ਹਾਸਲ ਕੀਤੀ ਹੈ। ਇਸ ਸੰਬੰਧੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਦੀ ਗ੍ਰਿਫਤਾਰੀ ਦੇ ਲਈ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਰੇਲਵੇ ਸਟੇਸ਼ਨ ਨੇੜੇ ਸਥਿਤ ਭਗਵਾਨ ਦਾਸ ਪੈਟਰੋਲ ਪੰਪ ਤੇ ਰਾਤ 1 ਵਜੇ ਦੇ ਕਰੀਬ 2 ਗੁੱਟਾਂ ਦੇ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਜਦੋਂ ਪੈਟਰੋਲ ਪੰਪ ਤੇ ਮਾਲਕ ਮੌਕੇ ਤੇ ਪਹੁੰਚੇ ਤਾਂ ਉਹਨਾਂ ਤੇ ਵੀ ਕਿਸੇ ਵਿਅਕਤੀ ਦੇ ਵੱਲੋਂ ਗੱਡੀ ਚੜਾ ਦਿੱਤੀ ਗਈ। ਪੀੜਤ ਹੁਣ ਜੇਰੇ ਇਲਾਜ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪੈਟਰੋਲ ਪੰਪ ਤੇ ਕੰਮ ਕਰਦੇ ਇੱਕ ਵਰਕਰ ਦੇ ਕੁਝ ਵਿਅਕਤੀਆਂ ਦੇ ਵਿੱਚ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਇਹ ਝੜਪ ਹੋਈ। ਪੈਟਰੋਲ ਪੰਪ ਦੇ ਲੱਗੇ ਸੀਸੀਟੀਵੀ ਕੈਮਰੇ ਦੀ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ 12 ਦੇ ਕਰੀਬ ਵਿਅਕਤੀ ਕਾਰ ਦੇ ਵਿੱਚ ਸਵਾਰ ਹੋ ਕੇ ਪੈਟਰੋਲ ਪੰਪ ਤੇ ਪਹੁੰਚਦੇ ਨੇ, ਜਿਵੇਂ ਕਿ ਉਹ ਪੈਟਰੋਲ ਪੰਪ ਤੇ ਕੰਮ ਕਰਦੇ ਬੰਦੇ ਦੇ ਹਮਲਾ ਕਰਨ ਦੇ ਲਈ ਕੋਸ਼ਿਸ਼ ਕਰਦੇ ਨੇ ਤਾਂ ਉਹ ਨਾਕਾਮ ਹੋ ਜਾਂਦੇ ਨੇ ਅਤੇ ਵਾਪਸ ਭੱਜ ਜਾਂਦੇ ਨੇ, ਪਰ ਉਸ ਤੋਂ ਬਾਅਦ ਉਹ ਮੁੜ ਵਾਪਸ ਆਉਂਦੇ ਨੇ ਤੇ ਇੱਟਾਂ ਪੱਥਰ ਲੈ ਕੇ ਪੈਟਰੋਲ ਪੰਪ ਤੇ ਹਮਲਾ ਕਰਦੇ ਨੇ। ਇਸ ਸਾਰੀ ਘਟਨਾ ਦੇ ਬਾਰੇ ਜਦੋਂ ਪੈਟਰੋਲ ਪੰਪ ਦੇ ਮਾਲਕ ਨੂੰ ਪਤਾ ਲੱਗਦਾ ਹੈ ਤਾਂ ਉਹ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਇੱਕ ਹਮਲਾਵਰ ਨੇ ਗੱਡੀ ਚੜਾ ਦਿੱਤੀ। ਫਿਲਹਾਲ ਲਾਹੌਰੀ ਗੇਟ ਥਾਣਾ ਵੀ ਪੁਲਿਸ ਦੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤੀ ਤੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।